ਸਤਿ ਸ਼੍ਰੀ ਅਕਾਲ ਦੋਸਤੋ, ਮਾਨਸਾਪੁਰ ਜੀ ਕੇ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਹਿਸਟਰੀ ਦੀ ਜੋ ਮੌਕ ਟੈਸਟ ਸੀਰੀਜ਼ ਚਲਾਈ ਹੋਈ ਹੈ ਉਹਦੇ ਫਰਦਰ ਅਗਲਾ ਜਿਹੜਾ ਸੈਸ਼ਨ ਹੈ ਜਾਂ ਮੌਕ ਟੈਸਟ ਹੈ ਉਹਨੂੰ ਕੰਟੀਨਿਊ ਕਰਾਂਗੇ। ਇਹ ਜੋ ਵੀਡੀਓਜ਼ ਨੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਆਉਣ ਵਾਲੇ ਪੇਪਰ, ਜਿਹੜੇ ਵੀ ਮਰਜ਼ੀ ਪੇਪਰ ਦੇ ਵਿੱਚ ਤੁਸੀਂ ਇਹਨੂੰ ਵੀਡੀਓਜ਼ ਨੂੰ ਦੇਖ ਸਕਦੇ ਹੋ, ਤਾਂ ਬਹੁਤ ਜ਼ਿਆਦਾ ਹੈਲਪਫੁਲ ਹੋਊਗੀ। ਤਾਂ ਚੰਗੀ ਤਰ੍ਹਾਂ ਇਸ ਵੀਡੀਓਜ਼ ਨੂੰ ਦੇਖਿਓ। ਅਤੇ ਆਪਣਾ ਜਿਹੜਾ ਮੈਥਡ ਆ ਪੜ੍ਹਾਉਣ ਦਾ ਉਹ ਬੇਸਿਕਲੀ ਇਹ ਨਹੀਂ ਹੈਗਾ ਵੀ ਇੱਕ ਕੁਐਸਚਨ ਨੂੰ ਦਿੱਤਾ ਅਤੇ ਉਹਦੀ ਸਲਾਈਡ ਬਣਾਈ ਅਤੇ ਉਹਨੂੰ ਆਨਸਰ ਟਿਕ ਕਰਕੇ ਅੱਗੇ ਲੰਘੇ। ਤਾਂ ਮੇਰਾ ਜਿਹੜਾ ਮਕਸਦ ਹੈ ਉਹ ਕੀ ਹੈ ਜੀ, ਵੱਧ ਤੋਂ ਵੱਧ ਇਨਫੋਰਮੇਸ਼ਨ ਇੱਕ ਕੁਐਸਚਨ ਦੇ ਵਿੱਚੋਂ ਦੇਣ ਦਾ ਹੈ ਅਤੇ ਰਿਪੀਟ ਕਰਾਉਣ ਦਾ ਹੈ, ਕਿਉਂਕਿ ਰਿਵੀਜ਼ਨ ਹੀ ਕੀ ਹੈ ਜੀ ਬੈਸਟ ਮੈਥਡ ਹੈ ਟੈਸਟ ਨੂੰ ਕਰੈਕ ਕਰਨ ਦਾ। ਤਾਂ ਜਿਨ੍ਹਾਂ ਬੱਚਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰਿਓ ਅਤੇ ਕਮੈਂਟ ਕਰਨਾ ਨਾ ਭੁੱਲਿਓ। ਤੁਹਾਡੀ ਰਾਏ ਹੈ ਜਿਹੜੀ ਉਹ ਮੇਰੇ ਲਈ ਬਹੁਤ ਜ਼ਿਆਦਾ ਸਪੋਰਟ ਦਾ ਕੰਮ ਕਰਦੀ ਹੈ ਅਤੇ ਤੁਹਾਡਾ ਲਾਈਕ ਹੈ ਜਿਹੜਾ ਉਹ ਕੀ ਹੈ ਜੀ ਐਪਰੀਸ਼ੀਏਸ਼ਨ ਦਾ ਕੰਮ ਕਰਦਾ ਹੈ। ਤਾਂ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਆਪਦੀ ਕਮੈਂਟ ਬਾਕਸ ਦੇ ਵਿੱਚ ਰਾਏ ਜ਼ਰੂਰ ਦਿਆ ਕਰੋ। ਤਾਂ ਚੱਲਦੇ ਹਾਂ ਪਹਿਲੇ ਕੁਐਸਚਨ ਦੇ ਵੱਲ। ਹੂ ਸੈਂਟ ਕੈਬੀਨੇਟ ਮਿਸ਼ਨ ਪਲਾਨ ਟੂ ਇੰਡੀਆ। ਕੈਬੀਨੇਟ ਮਿਸ਼ਨ ਪਲਾਨ ਹੈ ਜਿਹੜਾ ਉਹ ਭਾਰਤ ਦੇ ਵਿੱਚ ਕਿਹਨੇ ਭੇਜਿਆ? ਤਾਂ ਪਹਿਲਾਂ ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸ ਦਿੰਦਾ ਕਿ ਕੈਬੀਨੇਟ ਮਿਸ਼ਨ ਪਲਾਨ ਆਇਆ ਕਦੋਂ ਜੀ, 1946 ਦੇ ਵਿੱਚ। ਠੀਕ ਹੈ ਜੀ ਗੱਲ। ਤਾਂ ਕੈਬੀਨੇਟ ਮਿਸ਼ਨ ਪਲਾਨ ਬੇਸਿਕਲੀ ਹੈ ਕੀ ਸੀ ਜੀ, 3 ਗੋਰਿਆਂ ਦੀ ਕਮੇਟੀ ਸੀਗੀ ਜੀ। ਠੀਕ ਹੈ ਜੀ ਗੱਲ। ਜਿਹਦੇ ਵਿੱਚ ਕੌਣ ਕੌਣ ਸੀਗੇ ਜੀ, ਸਟੈਫਰਡ ਕ੍ਰਿਪਸ ਸੀਗੇ, ਪੈਥਰਿਕ ਲਾਰੈਂਸ ਸੀਗੇ ਅਤੇ ਏਵੀ ਅਲੈਗਜ਼ੈਂਡਰ ਸੀਗੇ। ਠੀਕ ਹੈ, ਪੇਪਰ 'ਚ ਪੁੱਛ ਸਕਦੇ ਆ ਇਹਨਾਂ ਵਿੱਚੋਂ ਦੱਸੋ ਕਿਹੜਾ ਕੈਬੀਨੇਟ ਮਿਸ਼ਨ ਪਲਾਨ ਦਾ ਹਿੱਸਾ ਨਹੀਂ ਸੀ। ਤਾਂ ਚੌਥਾ ਕੋਈ ਗਲਤ ਪਾ ਕੇ ਤੁਹਾਨੂੰ ਕੁਐਸਚਨ ਹੈ ਜਿਹੜਾ ਉਹ ਅਰੇਜ਼ ਕਰ ਸਕਦਾ। ਤਾਂ ਇਹਦਾ ਜਿਹੜਾ ਜਵਾਬ ਹੈ ਉਹ ਕੀ ਹੈ ਜੀ, ਤਾਂ ਕਲੈਮਟ ਐਟਲੀ ਹੈ। ਥੋੜ੍ਹਾ ਜਿਹਾ ਘੁਮਾ ਕੇ ਪਾਇਆ ਹੋਇਆ ਜੀ ਇਹਨੇ ਕੁਐਸਚਨ। ਇਹ ਤਾਂ ਕਿਵੇਂ ਪਾਇਆ ਹੋਇਆ ਘੁਮਾ ਕੇ ਦੇਖੋ, ਇਹਨੇ ਇਨਡਾਇਰੈਕਟਲੀ ਇਹ ਪੁੱਛਿਆ ਹੋਇਆ ਕਿ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਉਦੋਂ ਬ੍ਰਿਟਿਸ਼ PM ਕੌਣ ਸੀ? ਤਾਂ ਪੇਪਰ ਦੇ ਵਿੱਚ ਉਦੋਂ ਵੀ ਤੁਸੀਂ ਕੀ ਲਾ ਕੇ ਆਉਣਾ ਜੀ, ਕਲੈਮਟ ਐਟਲੀ ਦੀ ਗੌਰਮੈਂਟ ਸੀਗੀ ਜੀ ਉਦੋਂ। ਠੀਕ ਹੈ, ਯਾਦ ਰੱਖਿਓ। ਠੀਕ ਹੈ ਜੀ। ਤਾਂ ਹੋਰ ਸੁਣ ਲਓ ਜੀ, ਵੇਬਲ ਸੀਗੇ ਜਿਹੜੇ, ਇਹ ਸ਼ਿਮਲਾ ਕਾਨਫਰੰਸ ਵੇਲੇ ਵੇਬਲ ਸੀਗੇ ਜੀ। ਠੀਕ ਹੈ, 1945 ਦੇ ਵਿੱਚ ਹੋਈ ਹੈ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਅਤੇ ਪਾਮਰਸਟਨ ਆਪਸ਼ਨ ਦੇ ਵਿੱਚ ਪਿਆ। ਪਾਮਰਸਟਨ ਕੀ ਹੈ ਜੀ, ਜਦੋਂ 1857 ਦਾ ਵਿਦਰੋਹ ਹੋਇਆ ਤਾਂ ਪੇਪਰ 'ਚ ਪੁੱਛ ਲੈਂਦੇ ਆ ਬ੍ਰਿਟਿਸ਼ PM ਉਸ ਸਮੇਂ ਕੌਣ ਸੀ, ਬਰਤਾਨੀਆ ਦਾ ਪ੍ਰਾਈਮ ਮਿਨਿਸਟਰ ਕੌਣ ਸੀ? ਤਾਂ ਤੁਸੀਂ ਯਾਦ ਰੱਖਣਾ ਹੈ ਜੀ ਪਾਮਰਸਟਨ ਸੀ। ਇੰਪੋਰਟੈਂਟ ਹੈ। ਭਾਰਤ ਦਾ ਵਾਇਸਰਾਏ ਕੌਣ ਸੀਗਾ ਜੀ ਉਦੋਂ? ਲਾਰਡ ਕੈਨਿੰਗ ਸੀਗੇ। ਠੀਕ ਹੈ ਜੀ। ਅਤੇ ਲਾਰਡ ਕੈਨਿੰਗ ਆ ਦੇਖੋ ਆਪਸ਼ਨ ਦੇ ਵਿੱਚ ਪਿਆ, ਲਾਰਡ ਕੈਨਿੰਗ ਤੁਹਾਨੂੰ ਪਤਾ ਫਸਟ ਵਾਇਸਰਾਏ ਆਫ ਇੰਡੀਆ ਸੀਗੇ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਫਸਟ ਪਰਸਨ ਟੂ ਇੰਟਰੋਡਿਊਸ ਬਜਟ ਜਿਹੜਾ ਸਾਰਿਆਂ ਨਾਲੋਂ ਪਹਿਲੀ ਵਾਰ ਭਾਰਤ ਦੇ ਵਿੱਚ ਕਿਹਨੇ ਇੰਟਰੋਡਿਊਸ ਕੀਤਾ ਤਾਂ ਉਹ ਲਾਰਡ ਕੈਨਿੰਗ ਨੇ ਕੀਤਾ। ਇਹ ਆਇਆ ਹੋਇਆ ਕੁਐਸਚਨ ਹੈ ਜੀ। ਹੋਰ ਸੁਣ ਲਓ, ਲਾਰਡ ਕੈਨਿੰਗ ਨੇ 3 ਯੂਨੀਵਰਸਿਟੀਜ਼ ਬਣਾਈਆਂ ਸੀ, ਕਲਕੱਤਾ, ਬੰਬੇ ਅਤੇ ਮਦਰਾਸ। ਕਦੋਂ? 1857 ਦੇ ਵਿੱਚ। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਠੀਕ ਹੈ। ਇੰਡੀਅਨ ਪੈਨਲ ਕੋਡ ਜਿਹੜੇ ਲੈ ਕੇ ਆਉਣ ਵਾਲੇ ਸੀਗੇ ਉਹ ਕੌਣ ਲੈ ਕੇ ਆਉਣ ਵਾਲੇ ਸੀਗੇ? ਲਾਰਡ ਕੈਨਿੰਗ ਲੈ ਕੇ ਆਇਆ ਸੀ ਜੀ। ਠੀਕ ਹੈ। ਅਤੇ ਹੋਰ ਤੁਹਾਨੂੰ ਮੈਂ ਦੱਸ ਦਿੰਦਾ, ਭਾਰਤ ਦੇ ਪਹਿਲੇ ਗਵਰਨਰ ਜਨਰਲ ਕੌਣ ਸੀ? ਤਾਂ ਤੁਸੀਂ ਕਹੋਗੇ ਜੀ ਵਿਲੀਅਮ ਬੈਂਟਿਕ ਸੀਗੇ। ਇਹਨਾਂ ਨੇ ਕੀ ਹੈ ਜੀ, ਸਤੀ ਪ੍ਰਥਾ ਜਿਹੜੀ ਉਹ ਕੀ ਕੀਤੀ ਸੀ, ਅਬੋਲਿਸ਼ ਕੀਤੀ ਸੀ ਅਤੇ ਐਲੀਮੀਨੇਸ਼ਨ ਆਫ ਠੱਗਸ ਕੀਤਾ ਸੀਗਾ। ਠੀਕ ਹੈ। ਅਤੇ ਸਤੀ ਪ੍ਰਥਾ ਦੇ ਵਿੱਚ ਰੋਕਣ ਦੇ ਲਈ ਰਾਜਾ ਰਾਮ ਮੋਹਨ ਰਾਏ ਨੇ ਵੀ ਬਹੁਤ ਯੋਗਦਾਨ ਦਿੱਤਾ ਸੀਗਾ, ਇਹ ਗੱਲ ਵੀ ਤੁਸੀਂ ਯਾਦ ਰੱਖਣੀ ਹੈ। ਠੀਕ ਹੈ। ਵਿਲੀਅਮ ਬੈਂਟਿਕ ਦੇ ਬਾਰੇ ਤੁਸੀਂ ਹੋਰ ਕੀ ਯਾਦ ਰੱਖ ਸਕਦੇ ਹੋ ਕਿ ਇੰਗਲਿਸ਼ ਐਜੂਕੇਸ਼ਨ ਭਾਰਤ ਦੇ ਵਿੱਚ ਜਿਹੜੇ ਲੈ ਕੇ ਆਉਣ ਵਾਲੇ ਸੀ ਉਹ ਵਿਲੀਅਮ ਬੈਂਟਿਕ ਸੀ, ਪਰ ਰਿਕੋਮੈਂਡੇਸ਼ਨ ਕਿਹਦੀ ਸੀਗੀ? ਤਾਂ ਪੇਪਰ 'ਚ ਇਹ ਪੁੱਛ ਲੈਂਦਾ, ਰਿਕੋਮੈਂਡੇਸ਼ਨ ਸੀਗੀ ਮਕੌਲੇ ਦੀ। ਠੀਕ ਹੈ ਜੀ ਗੱਲ। ਤਾਂ ਧਿਆਨ ਰੱਖਿਓ, ਇਹ ਇੰਪੋਰਟੈਂਟ ਗੱਲ ਹੈ, ਪੇਪਰ ਦੇ ਵਿੱਚ ਬਹੁਤ ਪੁੱਛੀ ਜਾਂਦੀ ਹੈ। ਹੋਰ ਤੁਹਾਨੂੰ ਮੈਂ ਦੱਸ ਦਿੰਦਾ, ਜਿਵੇਂ ਕਿ ਕੈਬੀਨੇਟ ਮਿਸ਼ਨ ਪਲਾਨ ਦਾ ਬੇਸਿਕਲੀ ਕੰਮ ਕੀ ਸੀ, ਭਾਰਤ ਦੇ ਵਿੱਚ ਕੌਂਸਟੀਟਿਊਂਟ ਅਸੈਂਬਲੀ ਬਣਾਉਣਾ ਸੀਗਾ। ਕੌਂਸਟੀਟਿਊਂਟ ਅਸੈਂਬਲੀ ਹੈ ਜਿਹੜੀ ਦਸੰਬਰ 1946 ਦੇ ਵਿੱਚ ਬਣ ਚੁੱਕੀ ਸੀਗੀ। ਠੀਕ ਹੈ ਜੀ ਗੱਲ। ਤਾਂ ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਹੋਈ ਸੀਗੀ ਕੌਂਸਟੀਟਿਊਂਟ ਅਸੈਂਬਲੀ ਦੀ। ਸੱਚਾਨੰਦਾ ਸਿਨਹਾ ਸੀਗੇ ਜਿਹੜੇ ਉਹ ਟੈਂਪਰੇਰੀ ਪ੍ਰੈਜ਼ੀਡੈਂਟ ਆ ਜਿਹੜੇ ਉਹ ਲਾਏ ਗਏ ਸੀਗੇ, ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਪਰ ਇਹਨਾਂ ਦੀ ਡੈਥ ਹੋ ਜਾਂਦੀ ਹੈ ਤਾਂ 11 ਦਸੰਬਰ 1946 ਨੂੰ ਕੀ ਹੈ ਜੀ, ਪਰਮਾਨੈਂਟ ਪ੍ਰੈਜ਼ੀਡੈਂਟ ਲਾ ਦਿੱਤਾ ਜਾਂਦਾ ਰਾਜਿੰਦਰ ਪ੍ਰਸਾਦ ਜੀ ਨੂੰ, ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਠੀਕ ਹੈ। ਹੋਰ ਤੁਹਾਨੂੰ ਦੱਸ ਦਿੰਦਾ, ਕੌਂਸਟੀਟਿਊਂਟ ਅਸੈਂਬਲੀ ਦੇ ਪੇਪਰ 'ਚ ਪੁੱਛ ਲੈਣ ਕਿੰਨੇ ਮੈਂਬਰ ਸੀ ਟੋਟਲ, ਤਾਂ ਤੁਸੀਂ ਕਹੋਗੇ ਜੀ 399 ਸੀਗੇ। ਜਿਹਦੇ ਵਿੱਚ ਕਿਵੇਂ ਸੀਗੇ ਜੀ, 292, 93 ਅਤੇ 4। 292 ਸੀਗੇ ਜਿਹੜੇ ਉਹ ਕੀ ਸੀਗੇ ਜੀ, ਬ੍ਰਿਟਿਸ਼ ਪ੍ਰੋਵਿੰਸਿਸ ਸੀਗੇ। 93 ਸੀਗੇ ਜਿਹੜੇ ਉਹ ਪ੍ਰਿੰਸਲੀ ਸਟੇਟਸ ਸੀਗੇ। 4 ਸੀਗੇ ਜਿਹੜੇ ਉਹ ਚੀਫ ਕਮਿਸ਼ਨਰਜ਼ ਏਰੀਆ ਸੀਗੇ। ਠੀਕ ਹੈ। ਪਰ ਇੱਥੇ ਐਗਜ਼ਾਮੀਨਰ ਇੱਕ ਕੁਐਸਚਨ ਹੋਰ ਕ੍ਰੀਏਟ ਕਰ ਲੈਂਦਾ ਕਿ ਇਹ ਤਾਂ ਜਦੋਂ ਭਾਰਤ ਆ ਜਿਹੜਾ ਉਹ ਵੰਡਿਆ ਨਹੀਂ ਗਿਆ ਸੀ ਉਦੋਂ ਸੀਗੇ, ਪਰ ਜਦੋਂ ਭਾਰਤ ਵੰਡਿਆ ਗਿਆ ਆਫਟਰ ਪਾਰਟੀਸ਼ਨ, ਜਦੋਂ ਪਾਕਿਸਤਾਨ ਬਣ ਗਿਆ ਤਾਂ ਕਿੰਨੇ ਮੈਂਬਰ ਹੈਗੇ ਸੀ ਆਪਣੇ ਭਾਰਤ ਕੋਲ ਜੀ? 299 ਮੈਂਬਰ ਹੈਗੇ ਸੀ। ਠੀਕ ਹੈ।
ਤਾਂ ਉਦੋਂ ਬਾਅਦ ਜਿਹੜੇ ਸਾਈਨ ਕੀਤੇ ਉਹ ਕਿਹਨੇ ਕੀਤੇ ਜੀ, ਤਾਂ 284 ਮੈਂਬਰ ਸੀਗੇ ਜਿਹੜੇ ਪ੍ਰੈਜ਼ੈਂਟ ਸੀਗੇ ਜਿਹੜੇ ਸਾਈਨ ਕੀਤੇ। ਇਹ ਗੱਲ ਤੁਸੀਂ ਜਿਹੜੀ ਹੈਗੀ ਹੈ ਉਹ ਯਾਦ ਰੱਖਣੀ ਹੈ। ਠੀਕ ਹੈ ਜੀ ਗੱਲ। ਅਤੇ ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ ਵੱਲ। ਸਾਲਟ ਸੱਤਿਆਗ੍ਰਹਿ ਵਾਜ਼ ਸਟਾਰਟਡ ਬਾਏ ਮਹਾਤਮਾ ਗਾਂਧੀ। ਤਾਂ ਸਾਲਟ ਸੱਤਿਆਗ੍ਰਹਿ ਜਿਹੜਾ ਮਹਾਤਮਾ ਗਾਂਧੀ ਜੀ ਦੇ ਦੁਆਰਾ ਕਦੋਂ ਸਟਾਰਟ ਕੀਤਾ ਗਿਆ, ਡੇਟ ਪੁੱਛ ਲੈਂਦੇ ਆ, ਸਟਾਰ ਲਾ ਲਿਓ ਇੰਪੋਰਟੈਂਟ ਹੈ। ਤਾਂ 12 ਮਾਰਚ 1930 ਨੂੰ ਜਿਹੜਾ ਸਟਾਰਟ ਕੀਤਾ ਗਿਆ, 5 ਅਪ੍ਰੈਲ 1930 ਨੂੰ ਮਤਲਬ ਇਹਨੂੰ ਸਟਾਪ ਕਰਤਾ ਸੀਗਾ। ਠੀਕ ਹੈ, ਰੋਕਤਾ ਸੀਗਾ। ਠੀਕ ਹੈ ਜੀ ਗੱਲ। ਸਾਲਟ ਸੱਤਿਆਗ੍ਰਹਿ ਨੂੰ ਕੀ ਕਿਹਾ ਜਾਂਦਾ ਹੈ ਜੀ, ਸਿਵਲ ਡਿਸਓਬੀਡੈਂਸ ਮੂਵਮੈਂਟ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਸਾਲਟ ਸੱਤਿਆਗ੍ਰਹਿ ਦੇ ਵਿੱਚ ਕੀ ਸੀਗਾ ਜੀ, ਬੇਸਿਕਲੀ ਪੇਪਰ 'ਚ ਪੁੱਛ ਲੈਂਦਾ ਕਿੰਨੇ ਫੋਲੋਅਰ ਸੀਗੇ ਗਾਂਧੀ ਦੇ ਜੀ, 78 ਸੀਗੇ। ਠੀਕ ਹੈ, ਜੇ ਗਾਂਧੀ ਜੀ ਨਾਲ ਹੋਣ ਤਾਂ ਟੋਟਲ ਕਿੰਨੇ ਹੋ ਗਏ, 79 ਹੋ ਗਏ। ਠੀਕ ਹੈ ਜੀ ਗੱਲ। ਹੋਰ ਮੈਂ ਤੁਹਾਨੂੰ ਦੱਸ ਦਿੰਦਾ ਮਹਾਤਮਾ ਗਾਂਧੀ ਜੀ ਦੇ ਨਾਲ ਕੌਣ ਸੀਗਾ ਜੀ, ਹੋਰ ਇੱਕ ਸਰੋਜਨੀ ਨਾਇਡੂ ਵੀ ਸੀਗੇ। ਠੀਕ ਹੈ, ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਅਤੇ ਹੋਰ ਮੈਂ ਤੁਹਾਨੂੰ ਦੱਸ ਸਕਦਾ ਕੀ ਹੈ ਜੀ, ਕਿ ਪਹਿਲਾ ਸਿਵਲ ਡਿਸਓਬੀਡੈਂਸ ਮੂਵਮੈਂਟ ਕਿਹੜਾ ਸੀ ਗਾਂਧੀ ਦਾ ਜੀ, ਤਾਂ ਉਹ ਸੀਗਾ ਜੀ ਚੰਪਾਰਨ। ਠੀਕ ਹੈ, ਜਿੱਥੇ ਕੀ ਹੈ ਜੀ ਇੰਡੀਗੋ ਦੀ ਖੇਤੀ ਹੈ ਜਿਹੜੀ ਉਹ ਕਰਵਾਈ ਜਾਂਦੀ ਸੀ 1917 ਦੇ ਵਿੱਚ। ਠੀਕ ਹੈ, ਤਾਂ ਉੱਥੇ ਗਾਂਧੀ ਜੀ ਨੇ ਪ੍ਰੋਟੈਸਟ ਕੀਤਾ ਸੀ। ਗਾਂਧੀ ਜੀ ਨੂੰ ਬੁਲਾਇਆ ਕਿਹਨੇ ਸੀਗਾ, ਪੇਪਰ 'ਚ ਇਹ ਪੁੱਛ ਲੈਂਦੇ ਆ ਜੀ, ਰਾਜ ਕੁਮਾਰ ਸ਼ੁਕਲਾ। ਕਈ ਕਿਤਾਬਾਂ ਦੇ ਵਿੱਚ ਰਾਜੀਵ ਸ਼ੁਕਲਾ ਵੀ ਲਿਖਿਆ ਹੁੰਦਾ। ਠੀਕ ਹੈ, ਇਹਨਾਂ ਕੋਈ ਫਰਕ ਨਹੀਂ ਪੈਂਦਾ, ਤਾਂ ਪੇਪਰ 'ਚ ਧਿਆਨ ਰੱਖਿਓ ਜੀ। ਠੀਕ ਹੈ ਜੀ ਗੱਲ। ਅਤੇ ਜਦੋਂ ਇਹ ਚੰਪਾਰਨ ਮੂਵਮੈਂਟ ਦੇ ਦੌਰਾਨ ਹੀ ਕੀ ਕੀਤਾ ਜੀ, ਰਵਿੰਦਰ ਨਾਥ ਟੈਗੋਰ ਨੇ ਮਹਾਤਮਾ ਗਾਂਧੀ ਨੂੰ ਮਹਾਤਮਾ ਦਾ ਜਿਹੜਾ ਟਾਈਟਲ ਆ ਉਹ ਦਿੱਤਾ ਸੀ। ਠੀਕ ਹੈ ਜੀ। ਤੁਹਾਨੂੰ ਮੈਂ ਮਹਾਤਮਾ ਗਾਂਧੀ ਦੇ ਨਾਲ ਸੰਬੰਧਿਤ ਇਨਫੋਰਮੇਸ਼ਨ ਹੈ ਜਿਹੜੀ ਉਹ ਦੇ ਦਿੰਦਾ। ਕਿਵੇਂ, ਦੇਖੋ ਜੀ, 1869 ਦੇ ਵਿੱਚ ਕੀ ਹੈ ਜੀ, ਗਾਂਧੀ ਜੀ ਦਾ ਜਿਹੜਾ ਜਨਮ ਹੁੰਦਾ ਗੁਜਰਾਤ ਪੋਰਬੰਦਰ ਦੇ ਵਿੱਚ। ਠੀਕ ਹੈ, 1893 ਈਅਰ ਯਾਦ ਰੱਖਣਾ ਹੈ ਜੀ। ਠੀਕ ਹੈ, 1894 ਯਾਦ ਰੱਖਣਾ ਹੈ ਜੀ। ਠੀਕ ਹੈ, 1904 ਯਾਦ ਰੱਖਣਾ ਹੈ ਜੀ, 1906 ਯਾਦ ਰੱਖਣਾ ਹੈ ਜੀ। ਕਿਵੇਂ, ਦੇਖੋ 1893 ਦੇ ਵਿੱਚ ਕੀ ਹੈ ਜੀ, ਗਾਂਧੀ ਹੈ ਜਿਹੜੇ ਉਹ ਸਾਊਥ ਅਫਰੀਕਾ ਚਲੇ ਜਾਂਦੇ ਨੇ। 1894 ਦੇ ਵਿੱਚ ਉਹਨਾਂ ਨੇ ਉੱਥੇ ਕੀ ਕੀਤਾ ਜੀ, ਫਾਊਂਡੇਸ਼ਨ ਕੀਤੀ ਹੈ ਕਿਹਦੀ, ਨਟਾਲ ਇੰਡੀਆ ਕਾਂਗਰਸ ਦੀ। ਠੀਕ ਹੈ ਜੀ, ਨਟਾਲ ਇੰਡੀਆ ਕਾਂਗਰਸ ਦੀ ਜਿਹੜੀ ਸਥਾਪਨਾ ਹੋਈ ਹੈ ਉਹ ਕਿੱਥੇ ਹੋਈ ਹੈ, 1894 ਦੇ ਵਿੱਚ ਸਾਊਥ ਅਫਰੀਕਾ ਦੇ ਵਿੱਚ ਗਾਂਧੀ ਜੀ ਦੁਆਰਾ। 1904 ਦੇ ਵਿੱਚ ਕੀ ਕੀਤਾ ਗਿਆ ਜੀ, ਇਹਨਾਂ ਨੇ ਕੀ ਕੀਤਾ ਗਾ, ਇੱਕ ਇੰਡੀਅਨ ਓਪੀਨੀਅਨ ਜਿਹੜਾ ਮੈਗਜ਼ੀਨ ਸੀਗਾ ਉਹ ਗਾਂਧੀ ਜੀ ਦਾ ਕਿੱਥੇ ਹੋਇਆ ਜੀ, ਪਬਲਿਸ਼ ਕਿੱਥੇ ਕੀਤਾ ਇਹਨਾਂ ਨੇ, ਡਰਬਨ ਦੇ ਵਿੱਚ ਕੀਤਾ 1904 ਦੇ ਵਿੱਚ। ਠੀਕ ਹੈ, 1906 ਦੇ ਵਿੱਚ ਪਹਿਲਾ ਇਹਨਾਂ ਦਾ ਸਿਵਲ ਡਿਸਓਬੀਡੈਂਸ ਮੂਵਮੈਂਟ ਸੀਗਾ। ਠੀਕ ਹੈ, ਜੇ ਕਈ ਵਾਰ ਪੇਪਰ 'ਚ ਪੁੱਛ ਲੈਣ ਪਹਿਲਾ ਸਿਵਲ ਡਿਸਓਬੀਡੈਂਸ ਮੂਵਮੈਂਟ ਜਿਹੜਾ ਗਾਂਧੀ ਦਾ ਸੀਗਾ ਜੀ ਉਹ ਕਦੋਂ ਸੀਗਾ, 1906 ਦੇ ਵਿੱਚ ਸੀਗਾ। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਹੁਣ ਗਾਹਾਂ ਆ ਜਾਓ 1908 ਦੇ ਵਿੱਚ। 1908 ਦੇ ਵਿੱਚ ਕੀ ਹੈ ਜੀ, ਗਾਂਧੀ ਜੀ ਨੂੰ ਕੀ ਹੈ ਜੇਲ੍ਹ ਹੋਈ ਸੀਗੀ ਕਿੱਥੇ, ਜੋਹਾਨਸਬਰਗ ਸਾਊਥ ਅਫਰੀਕਾ ਦੇ ਵਿੱਚ। 1910 ਦੇ ਵਿੱਚ ਕੀ ਕੀਤਾ ਜੀ ਇਹਨਾਂ ਨੇ, ਫੋਨਿਕਸ ਫਾਰਮ ਬਣਾਇਆ। ਕਿੱਥੇ, ਫੋਨਿਕਸ ਫਾਰਮ, ਮੈਂ ਲਿਖ ਦਿੰਦਾ ਪੂਰਾ, ਫੋਨਿਕਸ ਫਾਰਮ। ਠੀਕ ਹੈ, ਫੋਨਿਕਸ ਫਾਰਮ ਨਹੀਂ ਜੀ, ਟੋਲਸਟੇ ਫਾਰਮ ਸੀਗਾ। ਠੀਕ ਹੈ, ਬਾਈ ਮਿਸਟੇਕ ਬੋਲਿਆ ਗਿਆ, ਟੋਲਸਟੇ ਫਾਰਮ ਸੀ, ਜਿਹਦਾ ਨਾਮ ਚੇਂਜ ਕਰਕੇ ਕੀ ਰੱਖਤਾ ਸੀਗਾ, ਗਾਂਧੀ ਆਸ਼ਰਮ ਰੱਖਤਾ ਸੀਗਾ ਕਿੱਥੇ, ਜੋਹਾਨਸਬਰਗ ਦੇ ਵਿੱਚ। ਠੀਕ ਹੈ ਜੀ ਗੱਲ। ਅਤੇ ਉਦੋਂ ਬਾਅਦ ਕੀ ਹੋਇਆ ਜੀ, 1914 ਦੇ ਵਿੱਚ ਕੀ ਕੀਤਾ ਜੀ, ਗਾਂਧੀ ਨੂੰ ਕੇਸਰੇ ਹਿੰਦ ਅਵਾਰਡ ਹੈ ਜਿਹੜਾ ਉਹ ਮਿਲਿਆ ਸੀ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਠੀਕ ਹੈ ਜੀ। ਅਤੇ 1919 ਜਲ੍ਹਿਆਂਵਾਲੇ ਬਾਗ ਦੀ ਘਟਨਾ ਤੋਂ ਬਾਅਦ ਗਾਂਧੀ ਜੀ ਨੇ ਕੇਸਰੀ ਹਿੰਦ ਅਵਾਰਡ ਹੈ ਜਿਹੜਾ ਉਹ ਕੀ ਕਰਤਾ ਸੀਗਾ, ਵਾਪਸ ਕਰਤਾ ਸੀਗਾ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਠੀਕ ਹੈ ਜੀ। ਰਿਵਾਲਟ ਐਕਟ ਏਮਡ ਐਟ, ਰਿਵਾਲਟ ਐਕਟ ਬੇਸਿਕਲੀ ਇਹਦਾ ਏਮ ਕੀ ਸੀਗਾ, ਤਾਂ ਪੇਪਰ 'ਚ ਸਿੱਧਾ ਪੁੱਛ ਲੈਂਦੇ। ਇਹ ਬਹੁਤ ਪੇਪਰਾਂ ਦੇ ਵਿੱਚ ਸਿੱਧਾ ਕੁਐਸਚਨ ਆਇਆ ਵੀ ਹੈ ਜੀ। ਇੰਪ੍ਰਿਜ਼ਨਮੈਂਟ ਸੀਗੀ ਵਿਦਾਊਟ ਟਰਾਇਲ ਐਂਡ ਸਮਰੀ ਪ੍ਰੋਸੀਜਰ ਫॉर ਟਰਾਇਲ, ਮਤਲਬ ਨੋ ਅਪੀਲ ਨੋ ਦਲੀਲ ਵਾਲੀ ਗੱਲ ਸੀਗੀ। ਮਤਲਬ ਕੀ ਹੈ ਜੀ, ਜੇ ਕੋਈ ਵੀ ਸ਼ੱਕੀ ਬੰਦਾ, ਸਸਪੈਕਟਡ ਬੰਦਾ ਜਿਹੜਾ ਉਹ ਅੰਗਰੇਜ਼ਾਂ ਦੇ ਦੁਆਰਾ ਫੜਿਆ ਜਾਂਦਾ ਤਾਂ ਕੀ ਹੈ ਜੀ, ਉਹਨੂੰ ਕੋਈ ਮਤਲਬ ਕੋਈ ਅਪੀਲ ਨਹੀਂ ਕਰ ਸਕਦਾ, ਤਾਂ ਸਿੱਧੀ 2 ਸਾਲ ਦੀ ਕੈਦ ਆ। ਠੀਕ ਹੈ ਜੀ ਗੱਲ। ਤਾਂ ਰਿਵਾਲਟ ਐਕਟ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ, ਬਲੈਕ ਐਕਟ ਵੀ ਕਿਹਾ ਜਾਂਦਾ ਹੈ। ਪੇਪਰ 'ਚ ਪੁੱਛ ਲੈਂਦੇ ਆ ਬਲੈਕ ਐਕਟ ਨੂੰ ਕਿਹਾ ਜਾਂਦਾ ਜੀ, ਰਿਵਾਲਟ ਐਕਟ ਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ। ਤਾਂ ਇਦੋਂ ਬਾਅਦ ਕੀ ਕੀਤਾ ਜੀ, 2 ਜਿਹੜੇ ਬੰਦੇ ਸੀਗੇ ਆਪਣੇ ਮਤਲਬ ਅਰੈਸਟ ਕਰ ਲਏ ਸੀ ਅੰਗਰੇਜ਼ਾਂ ਨੇ। ਕੌਣ ਜੀ, ਸੈਫੂਦੀਨ ਕਿਚਲੂ ਅਤੇ ਡਾਕਟਰ ਸੱਤਿਆਪਾਲ। ਠੀਕ ਹੈ, ਤਾਂ ਕਰਕੇ 1919 ਦੇ ਵਿੱਚ 13 ਅਪ੍ਰੈਲ ਨੂੰ ਜਲ੍ਹਿਆਂਵਾਲੇ ਬਾਗ ਦੇ ਵਿੱਚ ਲੋਕ ਪੀਸਫੁਲੀ ਕੀ ਹੈ ਜੀ, ਪ੍ਰੋਟੈਸਟ ਹੈ ਜਿਹੜਾ ਉਹ ਕਰ ਰਹੇ ਸੀਗੇ। ਠੀਕ ਹੈ, ਤਾਂ
ਜਰਨਲ ਡਾਇਰ ਨੇ ਜਿਹੜਾ ਉਹ ਆਰਮੀ ਦਾ ਕਮਾਂਡਰ ਸੀ ਉਸ ਸਮੇਂ ਕੀ ਹੈ ਜੀ ਉਹਨੇ ਗੋਲੀਆਂ ਚਲਾਤੀਆਂ ਸੀਗੀਆਂ, ਠੀਕ ਹੈ ਜੀ, ਨਿਹੱਥੇ ਲੋਕਾਂ 'ਤੇ, ਠੀਕ ਹੈ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਇੱਕ ਮਾਈਕਲ ਅਡਵਾਇਰ, ਇਹ ਤੁਸੀਂ ਯਾਦ ਰੱਖਣਾ ਹੈ। ਇਹ ਕੌਣ ਸੀ ਉਸ ਸਮੇਂ ਪੰਜਾਬ ਦਾ ਮਤਲਬ ਸੈਕਟਰੀ ਸੀਗਾ, ਪੰਜਾਬ ਦਾ ਹੈੱਡ ਸੀਗਾ, ਠੀਕ ਹੈ। ਤਾਂ ਇਹ ਦੋਨੇ ਕੀ ਹੈ ਜੀ ਉਦੋਂ ਬਾਅਦ ਅੰਗਰੇਜ਼ਾਂ ਨੇ ਕੀ ਕੀਤਾ, ਜਲ੍ਹਿਆਂਵਾਲੇ ਬਾਗ ਦੇ ਸੰਬੰਧਿਤ ਕੀ ਕੀਤਾ ਜੀ, ਇੱਕ ਕਮੇਟੀ ਬਿਠਾਤੀ ਸੀਗੀ ਜੀ ਜਿਹਨੂੰ ਕੀ ਕਹਿੰਦੇ ਨੇ ਜੀ ਹੰਟਰ ਕਮੇਟੀ, ਠੀਕ ਹੈ ਜੀ ਗੱਲ। ਤਾਂ ਕੀ ਹੋਇਆ ਜੀ, ਤਾਂ ਉਸ ਸਮੇਂ ਪੇਪਰ 'ਚ ਐਂ ਪੁੱਛ ਲੈਂਦੇ ਕਿ ਭਾਰਤ ਦਾ ਵਾਇਸਰਾਏ ਕੌਣ ਸੀਗਾ ਜੀ, ਚੈਮਸ ਫੋਰਡ ਸੀਗੇ, ਠੀਕ ਹੈ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਅਤੇ ਕੀ ਹੋਇਆ ਜੀ ਦੋਨਾਂ ਨੂੰ ਇੰਗਲੈਂਡ ਭੇਜ ਦਿੱਤਾ ਗਿਆ, ਜਰਨਲ ਡਾਇਰ ਨੂੰ ਅਤੇ ਮਾਈਕਲ ਅਡਵਾਇਰ ਨੂੰ। ਇਹ ਦੋਨੇ ਅਲੱਗ ਅਲੱਗ ਬੰਦੇ ਨੇ, ਠੀਕ ਹੈ। ਜਰਨਲ ਡਾਇਰ ਦੀ ਤਾਂ ਡੈਥ ਵੈਸੇ ਹੀ ਹੋ ਗਈ ਸੀ ਕਹਿੰਦੇ, ਠੀਕ ਹੈ। ਅਤੇ ਮਾਈਕਲ ਅਡਵਾਇਰ ਸੀਗੇ ਜਿਹੜੇ ਉਹਨਾਂ ਨੂੰ ਫਿਰ ਕੀ ਕੀਤਾ ਸੀ ਜੀ ਊਧਮ ਸਿੰਘ ਨੇ ਕੀ ਹੈ ਜੀ ਕੌਕਸਟਨ ਹਾਲ ਦੇ ਵਿੱਚ, ਊਧਮ ਸਿੰਘ ਨੇ ਜੀ ਕੌਕਸਟਨ ਹਾਲ ਦੇ ਵਿੱਚ 1940 ਦੇ ਵਿੱਚ ਗੋਲੀ ਨਾਲ ਮਾਰਤਾ ਸੀਗਾ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਬੀ ਆਪਸ਼ਨ ਹੈ ਜੀ, ਠੀਕ ਹੈ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਵਿਚ ਆਫ ਦ ਫੋਲੋਇੰਗ ਟੈਰੀਟਰੀਜ਼ ਵਾਜ਼ ਨਾਟ ਅਫੈਕਟਡ ਬਾਈ ਦਾ ਰਿਵੋਲਟ ਆਫ 1857। 1857 ਦਾ ਜਿਹੜਾ ਵਿਦਰੋਹ ਸੀ, ਆਜ਼ਾਦੀ ਦਾ ਪਹਿਲਾ ਆਪਣਾ ਸੰਗਰਾਮ ਸੀਗਾ ਜਾਂ ਸੁਤੰਤਰਤਾ ਸੰਗਰਾਮ ਸੀਗੀ, ਆਜ਼ਾਦੀ ਦੀ ਪਹਿਲੀ ਲੜਾਈ ਵੀ ਕਹਿ ਸਕਦੇ ਹਾਂ। ਤਾਂ ਇਹਦੇ ਤਹਿਤ ਜੀ ਜਿਹੜੀ ਮਤਲਬ ਅਫੈਕਟਡ ਸਟੇਟ ਨਹੀਂ ਸੀਗੀ ਤਾਂ ਕਿਹੜੀ ਨਹੀਂ ਸੀਗੀ, ਝਾਂਸੀ ਦੇ ਦਾ ਵਿੱਚ ਬਿਲਕੁਲ ਜੀ, ਝਾਂਸੀ ਦੇ ਵਿੱਚ ਰਿਵੋਲਟ 1857 ਦਾ ਰਿਵੋਲਟ ਹੋਇਆ ਸੀ, ਬਿਲਕੁਲ ਜੀ ਇਹ ਹਿੱਸਾ ਸੀਗੀ ਸਟੇਟ, ਠੀਕ ਹੈ। ਲਖਨਊ ਦੇ ਵਿੱਚ ਵੀ ਸੀਗਾ, ਕਾਨਪੁਰ ਦੇ ਵਿੱਚ ਵੀ ਸੀਗਾ, ਤਾਂ ਕਿਹੜੇ 'ਚ ਨਹੀਂ ਸੀਗਾ, ਚਿਤੌੜ ਦੇ ਵਿੱਚ ਨਹੀਂ ਸੀਗਾ, ਠੀਕ ਹੈ ਜੀ ਗੱਲ। ਤਾਂ ਇਹਦਾ ਜਿਹੜਾ ਸਹੀ ਆਨਸਰ ਆਊਗਾ ਬੀ ਆਊਗਾ, ਇਹਨਾਂ ਨੇ ਨੋਟ ਪੁੱਛਿਆ ਜੀ, ਠੀਕ ਹੈ। ਤਾਂ ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸ ਦੇਣਾ, 1857 ਦੇ ਵਿਦਰੋਹ ਦੇ ਵੇਲੇ ਆਪਣਾ ਜਿਹੜਾ ਵਾਇਸਰਾਏ ਸੀ ਕੌਣ ਸੀਗਾ ਜੀ, ਲਾਰਡ ਕੈਨਿੰਗ ਸੀਗਾ, ਠੀਕ ਹੈ। ਤਾਂ ਦੇਖੋ ਜੀ ਝਾਂਸੀ ਦੇ ਵਿੱਚ ਸਟੇਟਾਂ ਪੁੱਛ ਲੈਂਦੇ ਕੌਣ ਲੜ ਰਿਹਾ ਸੀ, ਤਾਂ ਝਾਂਸੀ ਦੇ ਵਿੱਚ ਕੌਣ ਲੜ ਰਿਹਾ ਸੀਗਾ ਜੀ, ਰਾਣੀ ਝਾਂਸੀ ਲੜ ਰਹੇ ਸੀਗੇ, ਠੀਕ ਹੈ ਜੀ ਗੱਲ। ਅਤੇ ਕਿਉਂਕਿ ਲਾਰਡ ਡਲਹੌਜੀ ਨੇ ਕੀ ਕੀਤਾ ਸੀਗਾ ਜੀ, ਡਾਕਟਰਾਈਨ ਆਫ ਲੈਪਸ ਇੱਕ ਨੀਤੀ ਲੈ ਕੇ ਆਇਆ ਸੀਗਾ ਜੀ 1848 ਦੇ ਵਿੱਚ। ਉਹਦੇ ਤਹਿਤ ਕੀ ਹੈ ਜੀ, ਕੋਈ ਵੀ ਗੋਦ ਲਿਆ ਹੋਇਆ ਪੁੱਤਰ ਹੈ ਜਿਹੜਾ ਉਹ ਕੀ ਹੈ ਜੀ ਰਾਜਾ ਨਹੀਂ ਬਣੂਗਾ। ਤਾਂ ਉਹਦੇ ਵਿਦਰੋਹ ਦੇ ਵਿੱਚ ਝਾਂਸੀ ਦੇ ਵਿੱਚ ਵੀ ਕੀ ਹੋਇਆ ਜੀ, ਵਿਦਰੋਹ ਹੈ ਕਾਨੂੰਨ ਦੇ ਤਹਿਤ, ਠੀਕ ਹੈ। ਤਾਂ ਰਾਣੀ ਝਾਂਸੀ ਦੀ ਜਿਹੜੀ ਲੜਾਈ ਹੋਈ ਹੈ ਉਹ ਕਿਹਦੇ ਨਾਲ ਹੋਈ ਹੈ ਜੀ, ਅੰਗਰੇਜ਼ ਆਫਿਸਰ ਕੌਣ ਸੀਗਾ ਜੀ, ਹਿਊਜ਼ ਰੋਜ਼, ਠੀਕ ਹੈ। ਪੇਪਰ ਦੇ ਵਿੱਚ ਯਾਦ ਰੱਖ ਸਕਦੇ ਹੋ, ਪੇਪਰ 'ਚ ਸਿੱਧਾ ਪੁੱਛਿਆ ਜਾਂਦਾ ਹਿਊਜ਼ ਰੋਜ਼। ਤਾਂ ਹਿਊਜ਼ ਰੋਜ਼ ਨੇ ਜਦੋਂ ਰਾਣੀ ਝਾਂਸੀ ਹੈ ਜਿਹੜੀ ਬਹੁਤ ਬਹਾਦਰੀ ਦੇ ਨਾਲ ਲੜੀ ਸੀਗੀ, ਤਾਂ ਉਹਦੇ ਬਾਰੇ ਮਤਲਬ ਰਾਣੀ ਝਾਂਸੀ ਬਾਰੇ ਕੀ ਹੈ ਜੀ ਸਟੇਟਮੈਂਟ ਵੀ ਕਹੀ ਸੀ ਕਿ ਬਰੇਵੈਸਟ ਮਿਲਟਰੀ ਲੀਡਰ ਸੀਗੇ ਜਿਹੜੇ ਮਤਲਬ ਬਹੁਤ ਜ਼ਿਆਦਾ ਬਹਾਦਰੀ ਦੇ ਨਾਲ ਲੜੇ। ਤਾਂ ਕੌਣ ਲੜੇ ਜੀ, ਰਾਣੀ ਝਾਂਸੀ, ਠੀਕ ਹੈ ਜੀ ਗੱਲ। ਹੋਰ ਸੁਣ ਲਓ, ਲਖਨਊ ਦੇ ਵਿੱਚ ਕੌਣ ਸੀ ਜੀ, ਬੇਗਮ ਹਜ਼ਰਤ ਮਹਿਲ, ਠੀਕ ਹੈ, ਲਖਨਊ ਦੇ ਵਿੱਚ ਸੀਗੇ, ਠੀਕ ਹੈ। ਕਾਨਪੁਰ ਦੇ ਵਿੱਚ ਕੌਣ ਸੀਗੇ ਜੀ, ਨਾਨਾ ਸਾਹਿਬ ਅਤੇ ਤਾਂਤੀਆ ਟੋਪੇ, ਠੀਕ ਹੈ ਜੀ। ਨਾਨਾ ਸਾਹਿਬ ਦਾ ਜਿਹੜਾ ਓਰੀਜਨਲ ਨੇਮ ਸੀ ਰਾਮਚੰਦਰ ਪਾਦੂਰੰਗ ਸੀਗਾ, ਤਾਂਤੀਆ ਟੋਪੇ ਦਾ ਕੀ ਸੀਗਾ ਜੀ, ਦਦੂ ਪੰਤ, ਠੀਕ ਹੈ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਹੋਰ ਸੁਣ ਲਓ ਜੀ, ਜਦੋਂ 1857 ਦੇ ਵਿਦਰੋਹ ਦੇ ਵਿੱਚ ਕੀ ਹੈ ਜੀ, ਦਿੱਲੀ ਦੇ ਵਿੱਚ ਕੌਣ ਸੀਗਾ, ਪੇਪਰ 'ਚ ਪੁੱਛ ਸਕਦੇ ਆ। ਤਾਂ ਕੌਣ ਸੀਗਾ ਜੀ, ਬਹਾਦਰ ਸ਼ਾਹ, ਮੁਗਲਾਂ ਦਾ ਜਿਹੜਾ ਰਾਜਾ ਸੀ ਬਹਾਦਰ ਸ਼ਾਹ 2, ਜਿਹਨੂੰ ਬਹਾਦਰ ਸ਼ਾਹ ਜ਼ਫਰ, ਠੀਕ ਹੈ ਜੀ। ਤਾਂ ਇਹ ਸੀਗੇ ਦਿੱਲੀ ਦੇ ਵਿੱਚ, ਠੀਕ ਹੈ। ਅਤੇ ਇਹਨਾਂ ਦਾ ਇੱਕ ਕਮਾਂਡਰ ਸੀਗਾ ਜਨਰਲ ਬਖਤ ਖਾਨ ਵੀ ਸੀਗੇ, ਠੀਕ ਹੈ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। 1857 ਦੇ ਵਿਦਰੋਹ ਦੇ ਵਿੱਚ ਸਿਰਫ ਇੱਕੋ ਹੀ ਬੰਦਾ ਜਿਹੜਾ ਉਹ ਜਿਉਂਦਾ ਪਕੜਿਆ ਸੀਗਾ, ਤਾਂ ਕੌਣ ਸੀਗਾ ਜੀ, ਤਾਂਤੀਆ ਟੋਪੇ, ਠੀਕ ਹੈ। ਹੋਰ ਪੁੱਛ ਸਕਦਾ ਪੇਪਰ ਦੇ ਵਿੱਚ, ਕਿਉਂਕਿ ਤਾਂਤੀਆ ਟੋਪੇ ਕੀ ਸੀ, ਦੇਖੋ ਜਿਹੜੇ ਬੇਗਮ ਹਜ਼ਰਤ ਮਹਿਲ ਸੀਗੇ, ਠੀਕ ਹੈ, ਲਖਨਊ ਤੋਂ ਲੜ ਰਹੇ ਸੀ ਜਿਹੜੇ ਕਿ, ਠੀਕ ਹੈ, ਨਾਨਾ ਸਾਹਿਬ ਇਹ ਸਾਰੇ ਕਿੱਥੇ ਭੱਜ ਗਏ, ਨੇਪਾਲ ਵੱਲ ਨੂੰ ਭੱਜ ਗਏ ਸੀਗੇ, ਠੀਕ ਹੈ ਜੀ ਗੱਲ। ਤਾਂਤੀਆ ਟੋਪੇ ਨੂੰ ਜਿਉਂਦਾ ਜਿਹੜਾ ਸੀਗਾ ਉਹ ਪਕੜ ਲਿਆ ਸੀਗਾ, ਠੀਕ ਹੈ। ਬਹਾਦਰ ਸ਼ਾਹ ਜ਼ਫਰ ਨੂੰ ਕਿੱਥੇ ਭੇਜਤਾ ਸੀ, ਰੰਗੂਨ ਭੇਜਤਾ ਸੀਗਾ, ਦੇਸ਼ ਨਿਕਾਲਾ ਦੇ ਕੇ, ਉੱਥੇ ਉਹਨਾਂ ਦੀ ਡੈਥ ਹੋ ਗਈ ਜੀ, ਠੀਕ ਹੈ। ਅਤੇ ਹੋਰ ਪੁੱਛ ਲੈਂਦੇ ਪੇਪਰ 'ਚ 1857 ਦੇ ਵਿਰੋਧ ਦੇ ਵਿੱਚ ਜਿਹੜਾ ਬ੍ਰਿਟਿਸ਼ PM ਸੀ ਕੌਣ ਸੀ ਜੀ, ਤਾਂ ਤੁਸੀਂ ਕਹੋਗੇ ਜੀ ਪਾਮਰਸਟਨ ਸੀਗੇ, ਠੀਕ ਹੈ। ਇੱਕੋ ਇੱਕ ਬੰਦਾ ਜਿਹੜਾ ਮਤਲਬ ਅੰਗਰੇਜ਼ਾਂ ਵੱਲੋਂ ਸੀਗਾ, ਅੰਗਰੇਜ਼ ਸੀਗਾ ਜਿਹਨੇ ਕਿ ਭਾਰਤੀਆਂ ਦਾ ਸਾਥ ਦਿੱਤਾ। ਤਾਂ 1857 ਦੇ ਵਿੱਚ ਪੇਪਰ 'ਚ ਪੁੱਛ ਲੈਣਗੇ ਇੱਕੋ ਇੱਕ ਬੰਦਾ ਜਿਹਨੇ ਭਾਰਤੀਆਂ ਦਾ ਸਾਥ ਦਿੱਤਾ, ਤਾਂ ਕੌਣ ਸੀਗਾ, ਵਿਲੀਅਮ ਗੌਰਡਨ। ਮੰਗਲ ਪਾਂਡੇ ਫਿਲਮ ਦੇ ਵਿੱਚ ਹੁੰਦਾ ਜੀ, ਠੀਕ ਹੈ ਜੀ ਗੱਲ। ਤਾਂ ਜਿਹਨੇ ਦੇਖੀ ਹੋਊਗੀ ਪਤਾ ਹੋਊਗਾ, ਤਾਂ ਪੇਪਰ 'ਚ ਪੁੱਛ ਲਿਆ ਜਾਂਦਾ ਹੈ। ਹੋਰ ਮੈਂ ਕੀ ਡਿਸਕਸ ਕਰ ਸਕਦਾ ਜੀ ਇਹਦੇ ਬਾਰੇ, ਆਪਾਂ ਬਸ 10 ਮਈ 1857 ਨੂੰ ਕੀ ਹੈ ਜੀ ਵਿਦਰੋਹ ਹੈ ਜਿਹੜਾ ਉਹ ਸਟਾਰਟ ਹੁੰਦਾ ਕਿੱਥੋਂ ਜੀ, ਮੇਰਠ ਤੋਂ। ਐਕਚੁਅਲੀ ਜਿਹੜਾ ਮੇਰਠ ਤੋਂ ਸਟਾਰਟ ਹੁੰਦਾ ਜੀ, ਠੀਕ ਹੈ। ਤਾਂ ਗੱਲ ਤੁਸੀਂ ਯਾਦ ਰੱਖਣੀ ਹੈ। ਇੰਡੀਗੋ ਰਿਵੋਲਟ ਮੇਨ ਲੀਡਰ ਵਾਜ਼, ਇੰਡੀਗੋ ਰਿਵੋਲਟ ਹੋਈ ਹੈ ਜੀ, ਵਿਦਰੋਹ ਹੋਇਆ, ਤਾਂ ਇਹਦੇ ਵਿੱਚ ਮੇਨ ਲੀਡਰ ਕੌਣ ਸੀ, ਪੇਪਰ 'ਚ ਪੁੱਛਿਆ ਜਾਂਦਾ ਹੈ।
ਤਾਂ ਕੌਣ ਸੀਗੇ ਜੀ ਦਿਗੰਬਰ ਵਿਸ਼ਵਾਸ ਅਤੇ ਵਿਸ਼ਨੂੰ ਵਿਸ਼ਵਾਸ। ਪੇਪਰ ਦੇ ਵਿੱਚ ਸਿੱਧਾ ਸਿੱਧਾ ਪੁੱਛਿਆ ਜਾਂਦਾ, ਇਹਦਾ ਏ ਆਨਸਰ ਆਊਗਾ। ਇਹਨੂੰ ਈਜ਼ੀ ਨਾ ਲਿਓ, PPSC ਤਹਿਸੀਲਦਾਰ ਦੇ ਵਿੱਚ ਮਤਲਬ ਇਹੋ ਜਿਹੇ ਕੁਐਸਚਨ ਹੀ ਮਤਲਬ ਮਿਲਾਣ ਚਿੰਨ੍ਹ ਬਣਨੇ ਆ ਜਾਂਦੇ ਨੇ, ਤਾਂ ਦੱਸ ਦਿੰਦੇ ਵੀ ਕਿਹੜਾ ਬੰਦਾ ਕਿਹੜੀ ਮੂਵਮੈਂਟ ਦੇ ਨਾਲ ਸੰਬੰਧਿਤ ਹੈ, ਤਾਂ ਪੇਪਰ 'ਚ ਸਿੱਧਾ ਸਿੱਧਾ ਪੁੱਛਿਆ ਜਾਂਦਾ। ਤਾਂ ਯਾਦ ਰੱਖਿਓ ਦਿਗੰਬਰ ਵਿਸ਼ਵਾਸ ਅਤੇ ਵਿਸ਼ਨੂੰ ਵਿਸ਼ਵਾਸ, ਠੀਕ ਹੈ ਜੀ। ਤਾਂ ਹੁਣ ਜਿਵੇਂ ਆਪਸ਼ਨ ਦੇ ਵਿੱਚ ਸੈਯਦ ਅਲੀ ਅਤੇ ਫੈਜ਼ੀ, ਸੈਯਦ ਫੈਜ਼ੀ ਦੋ ਬੰਦੇ ਪਏ ਨੇ, ਠੀਕ ਹੈ। ਤਾਂ ਇਹ ਕਿਹੜੀ ਰਿਵੋਲਟ ਦੇ ਨਾਲ ਸੰਬੰਧਿਤ ਸੀਗੇ ਜੀ, ਤਾਂ ਇਹ ਮੋਪਲਾ ਰੈਬੀਲੀਅਨ ਹੋਈ ਸੀ। ਪੇਪਰ 'ਚ ਪੁੱਛ ਸਕਦੇ ਨੇ ਕੌਣ ਸੀਗੇ ਜੀ ਇਹਦੇ ਵਿੱਚ ਮੇਨ ਲੀਡਰ, ਸੈਯਦ ਅਲੀ ਅਤੇ ਸੈਯਦ ਫੈਜ਼ੀ, ਠੀਕ ਹੈ ਜੀ। ਰਾਸ ਬਿਹਾਰੀ ਬੋਸ ਅਤੇ ਬਸੰਤ ਕੁਮਾਰ, ਦੋ ਬੰਦੇ ਤੁਸੀਂ ਇਕੱਠੇ ਯਾਦ ਰੱਖਣੇ ਆ, ਰਾਸ ਬਿਹਾਰੀ ਬੋਸ ਅਤੇ ਬਸੰਤ ਕੁਮਾਰ। ਇਹਨਾਂ ਨੇ ਕੀ ਹੈ ਜੀ ਅਟੈਂਪਟ ਟੂ ਮਰਡਰ ਹਾਰਡਿੰਗ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਤਾਂ ਕਿਹਨੇ ਕੀਤੀ ਸੀ, ਰਾਸ ਬਿਹਾਰੀ ਬੋਸ ਅਤੇ ਬਸੰਤ ਕੁਮਾਰ, ਠੀਕ ਹੈ ਜੀ। ਹੋਰ ਕੀ ਹੈ ਜੀ ਅਨੰਤ ਕਰਕਰੇ ਕੀ ਸੀ ਜੀ, ਮਰਡਰ ਆਫ ਜੈਕਸਨ। ਪੇਪਰ 'ਚ ਪੁੱਛ ਸਕਦੇ ਆ ਜੈਕਸਨ ਦੇ ਮਰਡਰ ਲਈ ਕੌਣ ਜ਼ਿੰਮੇਵਾਰ ਹੈ ਜੀ, ਅਨੰਤ ਕਰਕਰੇ, ਠੀਕ ਹੈ। ਇਹਦੇ ਨਾਲ ਸੰਬੰਧਿਤ ਸੀਗੇ। ਹੋਰ ਸੁਣ ਲਓ ਜੀ, ਪੇਪਰ 'ਚ ਤੁਹਾਨੂੰ ਪੁੱਛ ਸਕਦਾ ਕਿ ਕਕੋਰੀ ਟ੍ਰੇਨ ਰੋਬਰੀ ਹੋਈ ਸੀ, ਕਦੋਂ ਹੋਈ ਹੈ ਜੀ 1925 ਦੇ ਵਿੱਚ। ਇਹ 'ਚ ਕੌਣ ਸੀਗੇ ਜੀ, ਰਾਮ ਪ੍ਰਸਾਦ ਬਿਸਮਿਲ, ਠੀਕ ਹੈ ਜੀ, ਅਤੇ ਅਸ਼ਫ ਉੱਲਾ, ਠੀਕ ਹੈ ਜੀ। ਇਹ ਯਾਦ ਰੱਖਣਾ ਤੁਸੀਂ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਇਹ ਸੁਪਰ ਇੰਪੋਰਟੈਂਟ ਕੁਐਸਚਨ ਹੈ ਜੀ, ਪੇਪਰ 'ਚ ਪੁੱਛਿਆ ਜਾਂਦਾ। ਥੀਓਸੋਫਿਕਲ ਸੁਸਾਇਟੀ ਵਾਜ਼ ਫਾਊਂਡਡ ਬਾਏ, ਥੀਓਸੋਫਿਕਲ ਜਿਹੜੀ ਸੁਸਾਇਟੀ ਸੀ ਉਹ ਕਿਹਨੇ ਫਾਊਂਡ ਕੀਤੀ ਸੀ, ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਪਹਿਲਾਂ ਆਪਾਂ ਉਹ ਲੈ ਲੈਂਦੇ ਹਾਂ, ਸੀ ਆਪਸ਼ਨ ਹੈ ਜੀ HP ਬਲਾਟਵਸਕੇ, ਠੀਕ ਹੈ, ਅਤੇ HS ਆਲਕਟ, ਠੀਕ ਹੈ ਜੀ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਇਹਦਾ ਜਿਹੜਾ ਹੈੱਡਕੁਆਟਰ ਸੀ ਉਹ ਕੀ ਸੀਗਾ ਜੀ, ਥੀਓਸੋਫਿਕਲ ਸੁਸਾਇਟੀ ਦਾ ਨਿਊਯਾਰਕ ਸੀ। ਉਦੋਂ ਬਾਅਦ ਇਹਨੂੰ ਸ਼ਿਫਟ ਕਰਤਾ ਸੀਗਾ ਜੀ, ਕਿਹੜਾ ਹੈੱਡਕੁਆਟਰ ਬਣਾਤਾ ਸੀ, ਅਦਿਆਰ, ਠੀਕ ਹੈ ਜੀ। ਥੀਓਸੋਫਿਕਲ ਸੁਸਾਇਟੀ ਆਫ ਇੰਡੀਆ ਕਿਹਨੇ ਫਾਊਂਡ ਕੀਤੀ ਸੀ, ਤਾਂ ਤੁਸੀਂ ਕਹੋਗੇ ਜੀ ਐਨੀ ਬੈਸੰਤ ਨੇ, ਠੀਕ ਹੈ ਜੀ। ਤਾਂ ਇਹਦਾ ਹੈੱਡਕੁਆਟਰ ਕਿੱਥੇ ਬਣਾਇਆ ਜੀ ਇਹਨਾਂ ਨੇ, ਤਾਮਿਲਨਾਡੂ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਇਹਨਾਂ ਨੇ ਐਨੀ ਬਸੰਤ ਨੇ ਕੀ ਕੀਤਾ ਜੀ, ਸੈਂਟਰਲ ਹਿੰਦੂ ਕਾਲਜ ਬਣਾਇਆ ਸੀ। ਪੇਪਰ 'ਚ ਪੁੱਛ ਸਕਦਾ ਕਿਹਨੇ ਬਣਾਇਆ ਜੀ, ਐਨੀ ਬੈਸੰਤ ਨੇ। ਉਦੋਂ ਬਾਅਦ ਇਹਦਾ ਜਿਹੜਾ ਨਾਮ ਹੈ ਹੁਣ ਕੀ ਹੈ ਜੀ, ਉਹ ਬਨਾਰਸ ਹਿੰਦੂ ਯੂਨੀਵਰਸਿਟੀ, ਠੀਕ ਹੈ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਹੋਰ ਇਨਫੋਰਮੇਸ਼ਨ ਦੇ ਦਿੰਦਾ ਤੁਹਾਨੂੰ ਮੈਂ, ਜਿਵੇਂ ਆਪਾਂ ਯਾਦ ਰੱਖ ਸਕਦੇ ਹਾਂ ਕੇਸ਼ਵ ਚੰਦਰ ਸੈਨ, ਇਹ ਕਿਹੜੀ ਮੂਵਮੈਂਟ ਦੇ ਨਾਲ ਸੰਬੰਧਿਤ ਨੇ ਜੀ, ਇੰਡੀਅਨ ਰਿਫੋਰਮ ਐਸੋਸੀਏਸ਼ਨ। ਪੇਪਰ 'ਚ ਪੁੱਛ ਸਕਦੇ ਕੀ ਦੇ ਨਾਲ ਸੰਬੰਧਿਤ ਕੌਣ ਹੈ ਜੀ, ਕੇਸ਼ਵ ਚੰਦਰ ਸੈਨ। ਸ਼ਰਦਾਲੂ ਨਾਇਡੂ ਸੀਗੇ ਜਿਹੜੇ, ਉਹ ਕਿਹੜੇ ਨਾਲ ਸੰਬੰਧਿਤ ਸੀਗੇ ਜੀ, ਤਾਂ ਪੇਪਰ 'ਚ ਪੁੱਛ ਸਕਦੇ ਵੇਦ ਸਮਾਜ ਪੇਪਰ 'ਚ ਪੁੱਛ ਲੈਂਦੇ ਆ। ਇਹਦੇ ਫਾਊਂਡਰ ਕੌਣ ਸੀਗੇ, ਸ਼ਰਦਾਲੂ ਨਾਇਡੂ, ਠੀਕ ਹੈ ਜੀ। ਵੇਦ ਸਮਾਜ ਨੂੰ ਹੋਰ ਕਿਹੜੇ ਨਾਲ ਜਾਣਿਆ ਜਾਂਦਾ ਜੀ, ਬ੍ਰਹਮੋ ਸਮਾਜ ਆਫ ਸਾਊਥ ਵੀ ਕਿਹਾ ਜਾਂਦਾ ਹੈ ਵੇਦ ਸਮਾਜ ਨੂੰ, ਠੀਕ ਹੈ ਜੀ। ਹੋਰ ਇਨਫੋਰਮੇਸ਼ਨ ਦੇ ਦਿੰਦਾ ਤੁਹਾਨੂੰ ਮੈਂ, ਬ੍ਰਹਮੋ ਸਮਾਜ ਦੀ ਗੱਲ ਆਈ ਹੈ ਤਾਂ ਬ੍ਰਹਮੋ ਸਮਾਜ ਆਫ ਇੰਡੀਆ ਦੇ ਜਿਹੜੇ ਫਾਊਂਡਰ ਸੀਗੇ, ਠੀਕ ਹੈ, ਬ੍ਰਹਮੋ ਸਮਾਜ ਦੇ ਫਾਊਂਡਰ ਸੀਗੇ ਕੌਣ ਸੀਗੇ ਜੀ, ਰਾਜਾ ਰਾਮ ਮੋਹਨ ਰਾਏ, ਜਿਨ੍ਹਾਂ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ, ਰੈਨੀਸੈਂਸ ਆਫ ਇੰਡੀਆ, ਠੀਕ ਹੈ ਜੀ ਗੱਲ। ਅਤੇ ਇਹਨਾਂ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ ਸੀ। ਰਾਜਾ ਰਾਮ ਮੋਹਨ ਰਾਏ ਨੂੰ ਰਾਜਾ ਦਾ ਟਾਈਟਲ ਕਿਹਨੇ ਦਿੱਤਾ ਸੀ, ਪੇਪਰ 'ਚ ਪੁੱਛ ਸਕਦੇ ਆ, ਅਕਬਰ II ਨੇ, ਠੀਕ ਹੈ ਜੀ। ਇਹ ਗੱਲ ਤੁਸੀਂ ਯਾਦ ਰੱਖਦੇ, ਕਦੋਂ ਫਾਊਂਡ ਕੀਤੀ ਸੀ ਇਹ ਜੀ, 1828 ਦੇ ਵਿੱਚ, ਠੀਕ ਹੈ। ਹੋਰ ਦੱਸ ਦਿੰਦਾ ਜੀ ਤੁਹਾਨੂੰ ਮੈਂ, ਆਰਿਆ ਸਮਾਜ ਦੇ ਫਾਊਂਡਰ ਕੌਣ ਸੀ, ਦਇਆਨੰਦ ਸਰਸਵਤੀ ਸੀਗੇ। ਇਹਨਾਂ ਦਾ ਓਰੀਜਨਲ ਨੇਮ ਕੀ ਸੀ, ਮੂਲ ਸ਼ੰਕਰ ਸੀਗਾ। ਇਹ ਵੀ ਤੁਸੀਂ ਗੱਲ ਯਾਦ ਰੱਖਣੀ ਹੈ। ਆਰਿਆ ਸਮਾਜ ਦੀ ਕਦੋਂ ਫਾਊਂਡ ਹੋਇਆ ਜੀ, 1875 ਦੇ ਵਿੱਚ, ਠੀਕ ਹੈ। ਆਰਿਆ ਸਮਾਜ ਦਾ ਜਿਹੜਾ ਹੋਰ ਮੈਂ ਦੱਸ ਦਿੰਦਾ ਤੁਹਾਨੂੰ ਮੈਂ, ਦਇਆਨੰਦ ਸਰਸਵਤੀ ਦੀਆਂ ਆਪਾਂ ਕਿਤਾਬਾਂ ਯਾਦ ਰੱਖ ਸਕਦੇ ਹਾਂ ਜੀ, ਸਤਿਆਰਥਾ ਪ੍ਰਕਾਸ਼, ਵੇਦ ਭਾਸ਼ਾ ਭੂਮਿਕਾ ਅਤੇ ਵੇਦ ਭਾਸ਼ਾ, ਠੀਕ ਹੈ। ਇਹ ਗੱਲ ਤੁਸੀਂ ਯਾਦ ਰੱਖ ਸਕਦੇ ਹਾਂ। ਇੰਡੀਆ ਫॉर ਇੰਡੀਅਨਜ਼ ਇਹ ਸਲੋਗਨ ਸੀਗਾ, ਮਤਲਬ ਕਿਹਨੇ ਦਿੱਤਾ ਸੀਗਾ, ਤਾਂ ਕਿਹਨੇ ਦਿੱਤਾ ਸੀਗਾ ਜੀ, ਦਇਆਨੰਦ ਸਰਸਵਤੀ ਨੇ ਦਿੱਤਾ ਸੀਗਾ ਜੀ, ਠੀਕ ਹੈ। ਆਹ ਸੁਪਰ ਇੰਪੋਰਟੈਂਟ ਹੈ ਜੀ, ਗੋ ਬੈਕ ਟੂ ਵੇਦਾਂ ਵੱਲ ਮੁੜੋ, ਤਾਂ ਇਹ ਵੀ ਕਿਹਦਾ ਸੀਗਾ ਜੀ, ਦਇਆਨੰਦ ਸਰਸਵਤੀ ਜੀ ਦਾ ਸੀਗਾ, ਠੀਕ ਹੈ ਜੀ। ਤਾਂ ਹੋਰ ਦੱਸ ਦਿੰਦਾ ਤੁਹਾਨੂੰ ਮੈਂ, ਰਾਮ ਕ੍ਰਿਸ਼ਨ ਮਿਸ਼ਨ, ਇਹਦੇ ਜਿਹੜੇ ਫਾਊਂਡਰ ਸੀਗੇ ਉਹ ਕੌਣ ਸੀਗੇ ਜੀ, ਸਵਾਮੀ ਵਿਵੇਕਾਨੰਦ ਸੀਗੇ। ਸਵਾਮੀ ਵਿਵੇਕਾਨੰਦ ਦਾ ਓਰੀਜਨਲ ਨੇਮ ਕੀ ਸੀਗਾ ਜੀ, ਨਰਿੰਦਰ ਨਾਥ ਦੱਤ ਸੀਗਾ,
कदों बनाया जी इन्होंने रामकृष्ण मिशन 1897 ਦੇ ਵਿੱਚ। ठीक है जी गल होर सुन लो जी। तो बस इन्नी क इन्फॉर्मेशन याद रख लो जी, बहुत है। चलते हैं नैक्सट क्वेश्चन वाल। ड्यूरिंग सैकेंड राउंड टेबल कॉन्फ्रेंस हू वाज वाइसराय ऑफ इंडिया। देखो जी 3 गोल मेज कॉन्फ्रेंसा हुई ने जी। ठीक है, तो इन्होंने दूजी राउंड टेबल कॉन्फ्रेंस बारे पूछा जी वाइसराय कौन सीगा, तो जो सही आंसर आऊगा जी वो आऊगा लॉर्ड वलिंगडन। ठीक है जी, तो याद रखियो लॉर्ड वलिंगडन। बहुते बच्चे की करते हैं लॉर्ड इरविन लायन। देखो जी की करते हैं वो, क्योंकि 3 गोल मेज कॉन्फ्रेंसा हुई सी। पहली हुई सी 1930 ਦੇ ਵਿੱਚ, दूजी हुई सी 1931 ਦੇ ਵਿੱਚ, तीजी हुई सी 1932 ਦੇ ਵਿੱਚ। ठीक है, क्योंकि पहली वेले जो भारत का वाइसराय सीगा वो कौन सीगा जी, इरविन सीगा। ठीक है जी, तो 1931 ਦੇ ਵਿੱਚ चेंज हो गए सीगे, लॉर्ड वलिंगडन बन गया सीगा। ते तीजी जी गोल कॉन्फ्रेंस हुई सी ਉਹਦੇ ਵੇਲੇ भी लॉर्ड वलिंगडन ही सी। ठीक है जी, तो पेपर 'ਚ ਪੁੱਛ ਸਕਦਾ ਕਿਹੜੀ ਗੋਲ ਮੇਜ कॉन्फ्रेंस है ਜਿਹੜੀ ਉਹ ਸਕਸੈਸਫੁਲ ਹੋਈ, ਤਾਂ ਤੁਸੀਂ ਕਹੋਗੇ ਕੋਈ ਵੀ ਗੋਲ ਮੇਜ ਜਿਹੜੀ कॉन्फ्रेंस सीगी, गोल मेज कॉन्फ्रेंस सीगी, वो सक्सैसफुल नहीं हुई। पेपर 'ਚ ਇਹ ਪੁੱਛ ਲੈਂਦੇ ਨੇ कि ਕਿਹੜੀ गोल मेज कॉन्फ्रेंस ਵੇਲੇ ਜਿਹੜਾ INC ने की कीता पार्टिसिपेट किया, तो तुसीं कहोगे सैकेंड राउंड टेबल कॉन्फ्रेंस दे विच कौन है जी पार्टिसिपेट किया, INC इंडियन नैशनल कांग्रेस ने पार्टिसिपेट किया। तो ये वालों जो इंडिया का रिप्रजेंटेटिव कौन सीगे जी, तो महात्मा गांधी सीगे। क्योंकि ਜਦੋਂ 1930 ਦੀ ਜਿਹੜੀ ਪਹਿਲੀ ਗੋਲ ਮੇਜ ਕਾਨਫਰੰਸ ਹੋਈ ਹੈ ਤਾਂ ਉਦੋਂ ਰਾਮਸੇ ਮੈਕਡੋਨਲਡ ਜਿਹੜਾ ਬ੍ਰਿਟਿਸ਼ PM ਸੀ ਉਹ ਚਾਹੁੰਦਾ ਸੀਗਾ ਕਿ ਗਾਂਧੀ ਹੈ ਜਿਹੜੇ ਉਹ ਕੀ ਹੈ ਗੋਲ ਮੇਜ ਕਾਨਫਰੰਸ ਦੇ ਵਿੱਚ ਪਾਰਟਿਸਿਪੇਟ ਕਰਨਾ। ਠੀਕ ਹੈ ਜੀ, ਤਾਂ ਫਿਰ ਉਦੋਂ ਬਾਅਦ ਗਾਂਧੀ ਇਰਵਿਨ ਪੈਕਟ ਹੋਇਆ ਸੀਗਾ, ਤਾਂ ਉਦੋਂ ਬਾਅਦ ਜਿਹੜੇ ਸਹਿਮਤ ਹੋਏ ਸੀ ਗਾਂਧੀ ਜਾਣ ਦੇ ਲਈ ਲੰਡਨ ਦੇ ਵਿੱਚ। ਤਾਂ ਤਿੰਨੇ ਗੋਲ ਮੇਜ ਕਾਨਫਰੰਸ ਹੋਰ ਸੁਣ ਲਓ ਜੀ ਲੰਡਨ ਦੇ ਵਿੱਚ ਹੋਈਆਂ ਨੇ। ਠੀਕ ਹੈ ਜੀ, ਤਾਂ ਦੂਜੀ ਰਾਊਂਡ ਟੇਬਲ ਕਾਨਫਰੰਸ ਵੇਲੇ महात्मा गांधी है ਜਿਹੜੇ ਉਹ ਕੀ ਹੈ ਜੀ रिप्रजेंटेटिव ਸੀਗੇ INC ਦੇ, ਤੇ ਵੂਮੈਨ रिप्रजेंटेटिव ਕੌਣ ਸੀ ਜੀ, ਸਰੋਜਨੀ ਨਾਇਡੂ। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਤੇ ਪੇਪਰ 'ਚ ਪੁੱਛ ਲੈਂਦੇ ਨੇ ਕਿ ਕੋਈ ਇਹੋ ਜਿਹੇ ਪਰਸਨ ਦੱਸੋ ਜਿਨ੍ਹਾਂ ਨੇ ਸਾਰੀਆਂ ਰਾਊਂਡ ਟੇਬਲ ਕਾਨਫਰੰਸਾਂ ਜਿਹੜੀਆਂ ਉਹ ਕੀ ਕੀਤਾ ਉਹਦੇ ਵਿੱਚ ਹਿੱਸਾ ਲਿਆ, ਤਾਂ BR ਅੰਬੇਦਕਰ ਤੇ ਤੇਜ ਬਹਾਦਰ ਸਪਰੂ ਇਹਨਾਂ ਨੇ ਤਿੰਨਾਂ ਦੇ ਵਿੱਚ ਕੀ ਕੀਤਾ ਜੀ ਪਾਰਟੀਸਪੇਟ ਹੈ ਜਿਹੜਾ ਉਹ ਕੀਤਾ ਹੈਗਾ। ਠੀਕ ਹੈ ਜੀ, ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਹੂ ਕੈਂਸਲਡ ਦਾ ਪਾਰਟੀਸ਼ਨ ਆਫ ਬੰਗਾਲ। ਬੰਗਾਲ ਦੀ ਵੰਡ ਨੂੰ ਜਿਹੜਾ ਕੈਂਸਲ ਕੀਤਾ, ਠੀਕ ਹੈ, ਰਿਪੀਲ ਕੀਤਾ, ਉਹ ਕਿਹਨੇ ਕੀਤਾ ਜੀ, ਤਾਂ ਕਿਹਨੇ ਕੀਤਾ ਜੀ, ਇਹਦਾ ਜਿਹੜਾ ਸਹੀ ਜਵਾਬ ਆਊਗਾ ਉਹ ਲਾਰਡ ਹਾਰਡਿੰਗ ਆਊਗਾ। ਠੀਕ ਹੈ ਜੀ, ਬੰਗਾਲ ਦੀ ਵੰਡ ਹੋਈ ਕਦੋਂ ਜੀ 1905 ਦੇ ਵਿੱਚ। ਕਿਹਨੇ ਕੀਤੀ ਜੀ, ਲਾਰਡ ਕਰਜ਼ਨ ਨੇ। ਠੀਕ ਹੈ, ਅੰਗਰੇਜ਼ਾਂ ਦੀ ਕਿਹੜੀ ਪਾਲਿਸੀ ਸੀਗੀ ਜੀ, ਡਿਵਾਈਡ ਐਂਡ ਰੂਲ ਵਾਲੀ ਪਾਲਿਸੀ ਸੀ ਅੰਗਰੇਜ਼ਾਂ ਦੀ। ਠੀਕ ਹੈ, ਹੋਰ ਸੁਣ ਲਓ ਜੀ, ਜਦੋਂ ਬੰਗਾਲ ਦੀ ਵੰਡ ਹੋਈ ਹੈ ਤਾਂ ਰਵਿੰਦਰ ਨਾਥ ਟੈਗੋਰ ਨੇ ਕਿਹੜਾ ਮਤਲਬ ਉਹਨਾਂ ਦਾ ਇੱਕ ਸੌਂਗ ਲਿਖਿਆ, ਕੰਪੋਜ਼ ਕੀਤਾ ਜੀ, ਕਿਹੜਾ, ਅਮਰ ਸੋਨਰ ਬੰਗਲਾ। ਠੀਕ ਹੈ, ਇਹ ਤੁਸੀਂ ਗੱਲ ਯਾਦ ਰੱਖ ਸਕਦੇ ਹੋ। ਠੀਕ ਹੈ ਜੀ, ਤੇ ਲਾਰਡ ਹਾਰਡਿੰਗ ਬਾਰੇ ਮੈਂ ਤੁਹਾਨੂੰ ਕੀ ਦੱਸ ਸਕਦਾ ਕਿ ਇਹਨਾਂ ਨੇ ਜਿਹੜੀ ਕਲਕੱਤਾ ਟੂ ਦਿੱਲੀ ਜਿਹੜੀ ਕੈਪੀਟਲ ਹੈ ਜਿਹੜੀ ਉਹ ਸ਼ਿਫਟ ਕੀਤੀ ਸੀਗੀ, ਤੇ ਇਸ ਸਮੇਂ 1911 ਦੇ ਵਿੱਚ। ਠੀਕ ਹੈ, ਦਿੱਲੀ ਦਰਬਾਰ ਲੱਗਿਆ ਸੀਗਾ। ਠੀਕ ਹੈ ਜੀ, ਤੇ ਹੋਰ ਸੁਣ ਲਓ ਜੀ, ਤੇ ਹੋਰ ਆਪਾਂ ਲਾਰਡ ਰਿਪਨ ਬਾਰੇ ਪੜ੍ਹ ਸਕਦੇ ਹਾਂ। ਫਾਦਰ ਆਫ ਲੋਕਲ ਸੈਲਫ ਗੌਰਮੈਂਟ ਕਿਹਨੂੰ ਕਿਹਾ ਜਾਂਦਾ ਜੀ, ਲਾਰਡ ਰਿਪਨ ਨੂੰ ਕਿਹਾ ਜਾਂਦਾ ਜੀ। ਫਸਟ ਫੈਕਟਰੀ ਐਕਟ ਜਿਹੜੇ ਲੈ ਕੇ ਆਏ ਨੇ, ਕੌਣ ਲੈ ਕੇ ਆਏ ਨੇ ਜੀ, ਲਾਰਡ ਰਿਪਨ ਲੈ ਕੇ ਆਏ ਨੇ। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖ ਸਕਦੇ ਹੋ। ਠੀਕ ਹੈ, ਹੋਰ ਮੈਂ ਤੁਹਾਨੂੰ ਦੱਸ ਸਕਦਾ ਲਾਰਡ ਕਾਰਨਵਾਲਿਸ ਦੇ ਨਾਲ ਸੰਬੰਧਿਤ। ਲਾਰਡ ਕਾਰਨਵਾਲਿਸ ਸੀਗੇ ਜਿਹੜੇ ਆਪਣੇ ਗਵਰਨਰ ਜਨਰਲ ਨੇ। ਠੀਕ ਹੈ ਜੀ, ਤਾਂ ਇਹਨਾਂ ਨੇ ਕੀ ਕੰਮ ਕੀਤਾ ਜੀ, ਪਰਮਾਨੈਂਟ ਸੈਟਲਮੈਂਟ ਕੀਤੀ ਹੈ ਜੀ, ਕਦੋਂ, 1793 ਦੇ ਵਿੱਚ। ਠੀਕ ਹੈ ਜੀ, ਇੱਕ ਟ੍ਰੀਟੀ ਆਫ ਸ੍ਰੀਰੰਗਪਟਨਮ ਦੀ ਸੰਧੀ ਹੋਈ ਹੈ ਜੀ 1792 ਦੇ ਵਿੱਚ, ਤਾਂ ਉਹ ਕਿਹਨੇ ਕੀਤੀ ਸੀ ਜੀ, ਲਾਰਡ ਕਾਰਨਵਾਲਿਸ ਨੇ। ਠੀਕ ਹੈ, ਪਰਮਾਨੈਂਟ ਸੈਟਲਮੈਂਟ ਦੇ ਜਿਹੜੀ ਪਲਾਨ ਕੀਤੀ ਸੀ ਉਹ ਕਿਹਨੇ ਕੀਤੀ ਸੀ, ਤਾਂ ਪੇਪਰ 'ਚ ਇਹ ਪੁੱਛ ਸਕਦਾ ਜੌਨ ਸ਼ੌਰੇ ਨੇ। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖ ਸਕਦੇ ਹੋ, ਜੌਨ ਸ਼ੌਰੇ। ਠੀਕ ਹੈ ਜੀ, ਫਾਦਰ ਆਫ ਸਿਵਲ ਸਰਵਿਸਿਜ਼ ਇਨ ਇੰਡੀਆ, ਤਾਂ ਕੌਣ ਸੀਗੇ ਜੀ, ਲਾਰਡ ਕਾਰਨਵਾਲਿਸ। ਠੀਕ ਹੈ ਜੀ, ਹੁਣ ਸਿਵਲ ਸਰਵਿਸਿਜ਼ ਨੂੰ ਕੀ ਹੈ ਜੀ, ਆਲ ਇੰਡੀਆ ਸਰਵਿਸਿਜ਼ ਦੇ ਨਾਲ ਕਨਫਿਊਜ਼ ਨਾ ਕਰ ਜਿਓ। ਆਲ ਇੰਡੀਆ ਸਰਵਿਸਿਜ਼ ਦੇ ਫਾਦਰ ਕੌਣ ਨੇ ਜੀ, ਤਾਂ ਉਹ ਵੱਲਭ ਭਾਈ ਪਟੇਲ ਜੀ ਨੇ, ਸਰਦਾਰ ਵੱਲਭ ਭਾਈ ਪਟੇਲ ਜੀ ਨੇ। ਸਰਦਾਰ ਦਾ ਜਿਹੜਾ ਟਾਈਟਲ ਦਿੱਤਾ ਸੀ ਇਹਨਾਂ ਨੂੰ ਕਿਹਨੇ ਦਿੱਤਾ ਸੀ ਜੀ, ਬਾਰਦੌਲੀ ਸੱਤਿਆਗ੍ਰਹਿ ਦੇ ਵਿੱਚ ਉੱਥੋਂ ਦੀਆਂ ਔਰਤਾਂ ਨੇ ਦਿੱਤਾ ਸੀ। ਜੇ ਇਹ ਨਾ ਆਵੇ ਤਾਂ ਫਿਰ ਕੀ ਆਨਸਰ ਲਾਓਗੇ ਜੀ ਤੁਸੀਂ, ਮਹਾਤਮਾ ਗਾਂਧੀ ਨੇ ਦਿੱਤਾ ਸੀ। ਠੀਕ ਹੈ ਜੀ, ਚੱਲਦੇ ਹਾਂ ਨੈਕਸਟ ਕੁਐਸਚਨ ਵੱਲ।
द यूनीवर्सिटी ऑफ कलकत्ता बॉम्बे एंड मद्रास वाज फाउंडड इन, तो इस का पेपर च आ जाता जी 1857 ਦੇ ਵਿੱਚ। ठीक है जी। तो किहदे द्वारा जी? लॉर्ड कैनिंग ਦੇ द्वारा। ठीक है जी। लॉर्ड कैनिंग की सीगे जी? अपने लास्ट गवर्नर जनरल सी ते पहले वायसराय सीगे। ठीक है जी। ये गल तुसीं याद रखनी है। 1857 ਦੇ विद्रोह वेले कौन सीगे जी अपने वायसराय? तो लॉर्ड कैनिंग सीगे। ये गल तुसीं याद रखनी है। चलते हैं नैक्सट क्वेश्चन वाल। बुक ऑफ जेम्स अगस्त हिक्की, जेम्स हिक्की भी कहते हैं। ठीक है। तो जेम अगस्त हिक्की भी कहते हैं। तो इन्हों की जी किताब सी वो कि जी बंगाल गैजेट सी। ठीक है जी। कलकत्ता गैजेट तो इंडियन गैजेट, इंडिया गैजेट जी किताब सी वो कि सी जी? ये नाम याद करना थोड़ा जिहा औखा रखूगा पर इन्ना भी औखा नहीं। हैनरी विवियन लुइस डेजियो, ये सीगे जी कलकत्ता गैजेट तो इंडिया गैजेट के। ठीक है। इंडिया इन ट्रांजिशन, ये किहदी किताब है जी? M.N. रॉय की। M.N. रॉय तुसीं पढ़िया होया जी कि भारत दे विच कॉन्स्टीट्यूएंट असैंबली या कॉन्स्टीट्यूएंट बनाउण दी जिहड़ी सारिਆਂ नाल पहली बार एडवाइस दित्ती वो किहने दित्ती जी? M.N. रॉय ने। M.N. रॉय नूं कन्फ्यूज़ ना कर जो B.N. राओ नाल। ठीक है जी। B.N. राओ कौन सीगे जी? कॉन्स्टीट्यूशनल एडवाइज़र सीगे। ठीक है जी। ये गल तुसीं याद रखनी है। ਤਾਂ ਇੰਨੀ ਕੁ ਇਨਫੋਰਮੇਸ਼ਨ ਹੈ ਜਿਹੜੀ ਉਹ ਤੁਹਾਨੂੰ ਕਾਫੀ ਹੈ। ਅਤੇ ਆਪਾਂ ਅੱਜ ਇਸ ਸੈਸ਼ਨ ਦਾ ਕੀ ਕਰਦੇ ਹਾਂ? ਅੰਤ ਕਰਦੇ ਹਾਂ। ਜੇਕਰ ਵਧੀਆ ਲੱਗੀ ਵੀਡੀਓ ਤਾਂ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਕਰਨਾ ਨਾ ਭੁੱਲਿਓ। ਤੁਹਾਡਾ ਬਹੁਤ ਬਹੁਤ ਧੰਨਵਾਦ।